ਸਤਿ ਸ਼੍ਰੀ ਅਕਾਲ ਜੀ। ਅੱਜ ਆਪਣਾ ਨਵਾਂ ਟੌਪਿਕ ਹੈ ਪੇਪਰ 1 ਦੇ ਵਿੱਚ ਸੈਕਸ਼ਨ A ਦੇ ਵਿੱਚ ਪੰਜਾਬੀ ਧੁਨੀ ਵਿਉਂਤ। ਆਪਾਂ ਇਹਦੇ ਵਿੱਚ ਪਹਿਲਾਂ ਸਭ ਤੋਂ ਸਮਝਦੇ ਹਾਂ ਕਿ ਧੁਨੀ ਤੋਂ ਕੀ ਭਾਵ ਹੈ। ਧੁਨੀ ਨੂੰ ਆਮ ਤੌਰ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਫੋਨ ਜਾਂ ਸਾਊਂਡ। ਸਾਊਂਡ ਦਾ ਮਤਲਬ ਆਵਾਜ਼, ਧੁਨੀ ਦਾ ਮਤਲਬ ਵੀ ਆਵਾਜ਼ ਬਣ ਗਿਆ। ਫੋਨ ਵੀ ਕਿਹਾ ਜਾਂਦਾ PHONE ਫੋਨ। ਹੁਣ ਫੋਨ ਤੋਂ ਕੀ ਭਾਵ ਹੈ? ਫੋਨ ਤਾਂ ਅਸੀਂ ਆਪ ਵੈਸੇ ਹੀ ਕਹਿੰਦੇ ਆ ਮੋਬਾਈਲ ਫੋਨ ਹੋ ਗਿਆ ਜਾਂ ਟੈਲੀਫੋਨ। ਟੈਲੀਫੋਨ ਦਾ ਹੀ ਅਰਥ, ਟੈਲੀ ਦਾ ਮਤਲਬ ਹੁੰਦਾ ਦੂਰ, ਫੋਨ ਦਾ ਮਤਲਬ ਹੈ ਆਵਾਜ਼। ਇੱਥੇ ਵੀ ਭਾਵ ਕਿ ਦੂਰ ਤੋਂ ਕੋਈ ਆਵਾਜ਼ ਆ ਰਹੀ ਹੈ। ਇਸੇ ਤਰੀਕੇ ਨਾਲ ਜਿਵੇਂ ਅਸੀਂ ਕਹਿੰਦੇ ਮੋਬਾਈਲ ਫੋਨ, ਮੋਬਾਈਲ ਦਾ ਮਤਲਬ ਕੀ ਹੈ? ਚੱਲਦਾ ਫਿਰਦਾ ਜਿਹਨੂੰ ਅਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ ਕਿਤੇ ਵੀ। ਤਾਂ ਫੋਨ ਦਾ ਮਤਲਬ ਜਿਹੜਾ ਹੈਗਾ ਉਹ ਦੋ ਬਣਦੇ ਹੈਗੇ ਆ, ਆਵਾਜ਼, ਜਾਂ ਅਸੀਂ ਕਹਿ ਦਿੰਦੇ ਆ ਫੋਨ ਦਾ ਹੀ ਸਿਨੋਨਿਮਸ ਸਾਊਂਡ। ਠੀਕ ਹੈ, ਤਾਂ ਧੁਨੀ ਦੇ ਅਰਥ ਕੀ ਬਣ ਜਾਂਦੇ ਆ? ਫੋਨ, ਸਾਊਂਡ, ਆਵਾਜ਼। ਕਲੀਅਰ ਹੈ? ਤਾਂ ਹੁਣ ਅਸੀਂ ਇਹ ਪੜ੍ਹਦੇ ਹਾਂ ਕਿ ਪੰਜਾਬੀ ਦੇ ਵਿੱਚ ਧੁਨੀ ਵਿਉਂਤ ਕੀ ਹੈਗੀ ਆ। ਮਤਲਬ ਪੰਜਾਬੀ ਦੇ ਵਿੱਚ ਅਸੀਂ ਜੇ ਨਟਸ਼ੈਲ 'ਚ ਗੱਲ ਕਰੀਏ, ਅਸੀਂ ਇੱਕ ਲੇਮੈਨ ਲੈਂਗੁਏਜ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭਾਵ ਕੀ ਬਣਦਾ ਹੈ ਕਿ ਪੰਜਾਬੀ ਦੇ ਵਿੱਚ ਆਵਾਜ਼ਾਂ ਦੀ ਕੀ ਵਿਵਸਥਾ ਹੈਗੀ ਹੈ। ਅਸੀਂ ਉਹਦੇ ਬਾਰੇ ਇਸ ਟੌਪਿਕ ਦੇ ਵਿੱਚ ਪੜ੍ਹਦੇ ਹਾਂ। ਹੁਣ ਇਹਦੇ ਵਿੱਚ ਜਦੋਂ ਅਸੀਂ ਗਹਿਰਾਈ ਦੇ ਵਿੱਚ ਜਾਂਦੇ ਤਾਂ ਅਸਲ ਦੇ ਵਿੱਚ ਇਹ ਵੀ ਇੱਕ ਵਿਗਿਆਨ ਹੈ। ਜਿਵੇਂ ਸਾਡੇ ਕੋਲ ਇਹ ਟੌਪਿਕ ਹੀ ਹੈ ਪੰਜਾਬੀ ਧੁਨੀ ਵਿਉਂਤ। ਵਿਉਂਤ ਦਾ ਮਤਲਬ ਕੀ ਹੈ? ਇੱਕ ਸਿਸਟਮ। ਵਿਉਂਤ ਦਾ ਮਤਲਬ ਕੀ ਹੈ? ਇੱਕ ਨਿਯਮਬੱਧ ਤਰੀਕੇ ਦੇ ਨਾਲ ਉਹਨਾਂ ਦਾ ਸਥਾਪਨ ਕੀਤਾ ਹੋਇਆ। ਤਾਂ ਜਦੋਂ ਅਸੀਂ ਇੱਥੇ ਗੱਲ ਕਰਦੇ ਹਾਂ ਤਾਂ ਪੰਜਾਬੀ ਦੇ ਵਿੱਚ ਜਿਹੜੀ ਇਹ ਧੁਨੀ ਵਿਉਂਤ ਹੈਗੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਵਖਰੇਵਾਂ ਕਰਦੇ ਹਾਂ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਧੁਨੀ, ਜੇ ਅਸੀਂ ਇਹਨੂੰ ਲਿੰਗੁਇਸਟਿਕਸ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਇਹਦੀ ਪਰਿਭਾਸ਼ਾ ਕੀ ਬਣ ਜਾਂਦੀ ਹੈ ਕਿ ਧੁਨੀ ਹੈ ਜਿਹੜੀ ਇਹ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਹੁੰਦੀ ਹੈ। ਆਮ ਤੌਰ ਤੇ ਅਸੀਂ ਇਹ ਪੜ੍ਹਦੇ ਹਾਂ ਕਿ ਛੋਟੀ ਤੋਂ ਛੋਟੀ ਇਕਾਈ, ਪਰ ਛੋਟੀ ਤੋਂ ਛੋਟੀ ਹੈ ਜਿਹੜੀ ਇਹ ਬੜੀ ਵੇਗ ਟਰਮ ਹੈ, ਇਹ ਸਪਸ਼ਟ ਨਹੀਂ ਹੈਗੀ। ਠੀਕ ਹੈ, ਤਾਂ ਸਾਡੇ ਸਕਾਲਰਸ ਨੇ ਜਿਹੜੀ ਵਧੀਆ ਇੱਕ ਡੈਫੀਨੇਸ਼ਨ ਜਾਂ ਜਿਸ ਦੀ ਪਰਿਭਾਸ਼ਾ ਕਹੀ ਦਿੱਤੀ ਹੋਈ ਹੈ ਉਹ ਇਹ ਹੈ ਕਿ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਹੁੰਦੀ ਹੈ। ਹੁਣ ਜੇ ਅਸੀਂ ਹੋਰ ਸ਼ਬਦਾਂ ਦੇ ਵਿੱਚ ਕਹਿ ਲਈਏ ਤਾਂ ਇਹ ਭਾਸ਼ਾ ਦੀ ਸਭ ਤੋਂ ਛੋਟੀ ਆਵਾਜ਼ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਗਲੇ ਚੋਂ ਪੈਦਾ ਹੋਣ ਵਾਲੀ ਸਭ ਤੋਂ ਛੋਟੀ ਆਵਾਜ਼ ਹੈ ਜਿਹਨੂੰ ਅੱਗੋਂ ਨਹੀਂ ਤੋੜਿਆ ਜਾ ਸਕਦਾ। ਹੁਣ ਇਹ ਪੁਆਇੰਟ ਆ ਗਿਆ ਕਿ ਅੱਗੇ ਨਹੀਂ ਤੋੜਿਆ ਜਾ ਸਕਦਾ, ਇਹਦਾ ਕੀ ਭਾਵ ਹੋ ਗਿਆ? ਅਸੀਂ ਜਿਵੇਂ ਇੱਕ ਸ਼ਬਦ ਉਚਾਰਨ ਕਰਦੇ ਹਾਂ, ਚਲੋ ਆਪਾਂ ਸ਼ਬਦ ਹੀ ਲੈ ਲੈਂਦੇ ਹਾਂ, ਸੱਸੇ ਪੈਰ ਬਿੰਦੀ ਬੱਬਾ ਦੱਦਾ ਸ਼ਬਦ। ਹੁਣ ਇਹਦੇ ਵਿੱਚ ਕੀ ਹੈ ਕਿ ਸ਼ ਬ ਦ, ਜੇ ਅਸੀਂ ਆਮ ਬੰਦੇ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਸੱਸੇ ਪੈਰ ਬਿੰਦੀ ਬੱਬਾ ਦੱਦਾ ਤਿੰਨ ਅੱਖਰ ਜੋੜੇ ਹੈ, ਉਹਨਾਂ ਦੇ ਵਿੱਚੋਂ ਆਵਾਜ਼ਾਂ ਕੀ ਪੈਦਾ ਹੋਈਆਂ? ਸ਼ ਬ ਦ। ਠੀਕ ਹੈ, ਇਹ ਜਿਹੜੀਆਂ ਤਿੰਨ ਆਵਾਜ਼ਾਂ ਇੱਥੇ ਪੈਦਾ ਹੋ ਰਹੀਆਂ ਸ਼ ਬ ਦ, ਇਹੋ ਹੀ ਧੁਨੀਆਂ ਨੇ। ਹੁਣ ਇੱਕ ਚੀਜ਼ ਅਸੀਂ ਦੇਖਦੇ ਹਾਂ ਕਿ ਅਸੀਂ ਇਹ ਜਿਹੜਾ ਬ ਆਵਾਜ਼ ਹੈ ਇਹਨੂੰ ਅੱਗੋਂ ਹੋਰ ਤੋੜ ਸਕਦੇ ਹਾਂ। ਜਿਵੇਂ ਸ਼ਬਦ ਨੂੰ ਅਸੀਂ ਤੋੜ ਲਿਆ ਸ਼ ਬ ਦ, ਕਿ ਬ ਨੂੰ ਤੋੜ ਸਕਦੇ ਹਾਂ? ਨਹੀਂ ਤੋੜ ਸਕਦੇ ਨਾ। ਤਾਂ ਇਹ ਸਭ ਤੋਂ ਛੋਟੀ ਯੂਨਿਟ ਬਣ ਗਈ, ਸਭ ਤੋਂ ਛੋਟੀ ਇਕਾਈ ਬਣ ਗਈ। ਇਸੇ ਤਰੀਕੇ ਨਾਲ ਸ਼, ਕੀ ਇਹਨੂੰ ਤੋੜ ਸਕਦੇ ਹਾਂ? ਨਹੀਂ ਤੋੜ ਸਕਦੇ। ਦ, ਕੀ ਇਹਨੂੰ ਤੋੜ ਸਕਦੇ ਹਾਂ ਅੱਗੋਂ? ਨਹੀਂ ਤੋੜ ਸਕਦੇ। ਤਾਂ ਸਭ ਤੋਂ ਛੋਟੀ ਸਾਰਥਕ ਇਕਾਈ ਹੈ ਜਿਹੜੀ, ਉਹਨੂੰ ਅਸੀਂ ਕਹਿੰਦੇ ਆ ਕਿ ਇਹ ਬਣ ਜਾਂਦੀ ਹੈ ਧੁਨੀ। ਹੁਣ ਧੁਨੀ ਜਿਹੜੀ ਹੈਗੀ ਇਹਨੂੰ ਅਸੀਂ ਅੱਗੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਵੰਡਦੇ ਹਾਂ। ਇੱਕ ਜਿਹੜੀ ਵੰਡ ਹੁੰਦੀ ਹੈ ਧੁਨੀਆਂ ਦੀ, ਉਹ ਬਣਤਰ ਦੇ ਆਧਾਰ ਤੇ ਵੰਡ ਕੀਤੀ ਜਾਂਦੀ ਹੈ। ਉਹ ਵੰਡ ਹੈਗੀ ਹੈ ਖੰਡੀ ਧੁਨੀਆਂ, ਅਖੰਡੀ ਧੁਨੀਆਂ। ਖੰਡੀ ਸ਼ਬਦ ਆਇਆ ਖੰਡ ਤੋਂ। ਖੰਡ ਦਾ ਮਤਲਬ ਆਮ ਤੌਰ ਤੇ ਅਸੀਂ ਚੀਨੀ ਕਹਿੰਦੇ ਹਾਂ। ਖੰਡ ਦਾ ਮਤਲਬ ਹਿੱਸਾ ਵੀ ਹੁੰਦਾ ਹੈ, ਟੁਕੜਾ। ਤੇ ਉਹਦਾ ਜਿਹੜਾ ਵਿਰੋਧੀ ਸ਼ਬਦ ਅਖੰਡ, ਉਹਦਾ ਮਤਲਬ ਹੁੰਦਾ ਹੈ ਕਿ ਇਕੱਤਰ, ਜੁੜਿਆ ਹੋਇਆ, ਸੰਯੁਕਤ, ਇਕੱਠਾ। ਜਿਵੇਂ ਅਸੀਂ ਕਹਿੰਦੇ ਨਾ ਦੇਸ਼ ਦੀ ਅਖੰਡਤਾ, ਭਾਵ ਦੇਸ਼ ਦੀ ਇਕਜੁੱਟਤਾ। ਤਾਂ ਇਸ ਤਰੀਕੇ ਦੇ ਨਾਲ ਹੁਣ ਅਸੀਂ ਜਿਹੜੀ ਧੁਨੀਆਂ ਨੇ ਉਹਨਾਂ ਨੂੰ ਵੰਡਦੇ ਹਾਂ ਬਣਤਰ ਦੇ ਆਧਾਰ ਤੇ, ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ। ਇਹ ਤੋਂ ਕੀ ਭਾਵ ਹੈ ਇਹਨੂੰ ਅਸੀਂ ਸਮਝ ਲੈਂਦੇ ਹਾਂ। ਖੰਡੀ ਧੁਨੀਆਂ ਤੋਂ ਭਾਵ ਹੈ ਉਹ ਧੁਨੀਆਂ ਜਿਹੜੀਆਂ ਕਿ ਕਿਸੇ ਸ਼ਬਦ ਦੇ ਵਿੱਚੋਂ ਵੱਖ ਕੀਤੀਆਂ ਜਾ ਸਕਦੀਆਂ ਨੇ। ਠੀਕ ਹੈ, ਔਰ ਉਹਨਾਂ ਦੀ ਪਹਿਚਾਣ ਵੀ ਹੁੰਦੀ ਹੈ। ਜਿਵੇਂ ਅਸੀਂ ਹੁਣੇ ਗੱਲ ਕੀਤੀ ਸੀ ਸ਼ਬਦ, ਇਹਦੇ ਵਿੱਚੋਂ ਬ ਧੁਨੀ ਅਸੀਂ ਵੱਖ ਕਰ ਲਈ, ਸ਼ ਵੱਖ ਕਰ ਲਈ, ਦ ਵੱਖ ਕਰ ਲਈ। ਇਸੇ ਤਰੀਕੇ ਦੇ ਵੱਖਰੇ ਵੱਖਰੇ ਬਹੁਤ ਸਾਰੇ ਸ਼ਬਦ ਨੇ। ਠੀਕ ਹੈ, ਜਿਵੇਂ ਅਸੀਂ ਹੁਣੇ ਸ਼ਬਦ ਲਿਆ ਬਹੁਤ, ਬ ਧੁਨੀ
ਬਾਹਰ ਆ ਗਈ, ਇਹਦੇ ਵਿੱਚੋਂ ਕੱਲੀ ਆ ਸਕਦੀ ਹੈ। ਠੀਕ ਹੈ, ਤਾਂ ਜਿਹੜੀ ਧੁਨੀ ਕਿਸੇ ਸ਼ਬਦ ਦੇ ਵਿੱਚੋਂ ਬਾਹਰ ਨਿਕਲ ਸਕਦੀ ਹੈ, ਕੱਲੀ ਵਿਚਰ ਸਕਦੀ ਹੈ, ਕੱਲੀ ਉਚਾਰੀ ਜਾ ਸਕਦੀ ਹੈ, ਉਹਨੂੰ ਅਸੀਂ ਕਹਿੰਦੇ ਆ ਖੰਡੀ ਧੁਨੀ, ਭਾਵ ਉਹ ਇੱਕ ਹਿੱਸਾ ਬਣ ਕੇ ਬਾਹਰ ਆ ਗਈ। ਦੂਸਰੇ ਪਾਸੇ ਉਹ ਧੁਨੀਆਂ ਜਿਹੜੀਆਂ ਕਿ ਸ਼ਬਦ ਦੇ ਵਿੱਚੋਂ ਵੱਖ ਨਹੀਂ ਕੀਤੀਆਂ ਜਾ ਸਕਦੀਆਂ ਪਰ ਉਹਨਾਂ ਦੀ ਪਹਿਚਾਣ ਜ਼ਰੂਰ ਹੋ ਜਾਂਦੀ ਹੈ, ਉਹਨਾਂ ਨੂੰ ਅਸੀਂ ਕਹਿੰਦੇ ਆ ਅਖੰਡੀ ਧੁਨੀਆਂ। ਅਸੀਂ ਇੱਕ ਉਦਾਹਰਣ ਦੇ ਰਾਹੀਂ ਸਮਝਦੇ ਹਾਂ। ਪਹਿਲਾਂ ਮੈਂ ਇੱਕ ਸ਼ਬਦ ਵਰਤ ਰਿਹਾ, ਪਾਸ। ਪਾਸ ਸ਼ਬਦ ਨੂੰ ਮੈਂ 3 ਤਰੀਕੇ ਨਾਲ ਉਚਾਰਨ ਕਰ ਰਿਹਾ। ਪਾਸ, ਪਾਸ, ਪਾਸ। ਹੁਣ 3 ਤਰੀਕੇ ਦੇ ਨਾਲ ਉਚਾਰਨ ਕੀਤਾ, ਜਿਹੜਾ ਮੇਰਾ ਉਚਾਰਨ ਦਾ ਲਹਿਜਾ ਉਹ ਇਹ ਦੱਸਦਾ ਹੈ ਕਿ ਕਿੱਥੇ ਮੈਂ ਕਿਸੇ ਨੂੰ ਇੱਕ ਬਿਆਨ ਵਜੋਂ ਕਿਹਾ ਕਿ ਪਾਸ, ਭਾਵ ਮੈਂ ਪਾਸ ਹੋ ਗਿਆ ਜਾਂ ਤੁਸੀਂ ਪਾਸ ਹੋ ਗਏ। ਦੂਸਰਾ ਇੱਕ ਸਾਡੇ ਕੋਲੇ ਲਹਿਜਾ ਆਇਆ ਜਿੱਥੇ ਮੈਂ ਕਿਹਾ ਪਾਸ, ਭਾਵ ਕੀ ਹੈ, ਇੱਕ ਹੈਰਾਨੀ ਹੋਈ ਹੈ, ਜਿਹਨੂੰ ਅਸੀਂ ਕਹਿੰਦੇ ਹੈਰਾਨੀਜਨਕ ਵਾਕ ਹੈ। ਠੀਕ ਹੈ, ਤੀਸਰਾ ਪੁਆਇੰਟ ਸਾਡੇ ਕੋਲੇ ਆ ਜਾਂਦਾ ਇਹਦੇ ਵਿੱਚ ਪਾਸ। ਠੀਕ ਹੈ, ਹੁਣ ਇਹ ਵੀ ਹੈਰਾਨੀਜਨਕ ਹੈ। ਕਲੀਅਰ? ਇੱਕ ਕੀ ਹੈ ਕਿ ਮੈਂ ਥੋੜਾ ਆਪਣਾ ਕਹਿਣ ਦਾ ਜਿਹੜਾ ਲਹਿਜਾ ਉਹ ਬਦਲ ਲਿਆ। ਇੱਕ ਮੈਂ ਕਹਿ ਰਿਹਾ ਪਾਸ, ਭਾਵ ਕੀ ਹੈ, ਪੁੱਛਿਆ ਜਾ ਰਿਹਾ ਹੈ। ਇਹ ਤੋਂ ਭਾਵ ਕੀ ਹੋ ਗਿਆ ਕਿ ਅਸੀਂ ਇੱਕ ਸ਼ਬਦ ਉਚਾਰਨ ਕਰ ਰਹੇ ਹਾਂ, ਉਹਦੇ ਨਾਲ ਇੱਕ ਲਹਿਜਾ ਵੀ ਉਚਾਰਿਆ ਜਾ ਰਿਹਾ ਹੈ। ਉਚਾਰਨ ਦਾ ਇੱਕ ਢੰਗ ਹੈ। ਜਦੋਂ ਅਸੀਂ ਲਿਖਦੇ ਹਾਂ ਉਦੋਂ ਅਸੀਂ ਲਿਖ ਦਿੰਦੇ ਹਾਂ ਪਾਸ ਡੰਡੀ, ਪਾਸ ਸਾਈਨ ਆਫ ਐਕਸਕਲੇਮੇਸ਼ਨ, ਪਾਸ ਕੁਐਸਚਨ ਮਾਰਕ। ਲਿਖਤ ਦੇ ਵਿੱਚ ਤਾਂ ਇਦਾਂ ਹੀ ਆਏਗਾ, ਪਰ ਉਚਾਰਨ ਦੇ ਵਿੱਚ ਅਸੀਂ ਨਹੀਂ ਨਾ ਕਹਿ ਸਕਦੇ ਪਾਸ ਕੁਐਸਚਨ ਮਾਰਕ ਕਿ ਮੈਂ ਤੁਹਾਡੇ ਕੋਲੋਂ ਪੁੱਛਿਆ ਹੈ, ਪਾਸ ਸਾਈਨ ਆਫ ਐਕਸਕਲੇਮੇਸ਼ਨ ਕਿ ਮੈਂ ਬੜਾ ਖੁਸ਼ ਹੋ ਕੇ ਦੱਸ ਰਿਹਾ, ਪਾਸ ਡੰਡੀ ਕਿ ਮੈਂ ਇੱਕ ਸਟੇਟਮੈਂਟ ਦੇ ਰਿਹਾ। ਇਦਾਂ ਤਾਂ ਨਹੀਂ ਹੁੰਦਾ ਨਾ। ਅਸੀਂ ਜਦੋਂ ਉਚਾਰਨ ਕਰਦੇ ਹਾਂ ਤਾਂ ਅਸੀਂ ਪਾਸ ਸਟੇਟਮੈਂਟ ਨਹੀਂ, ਪਾਸ ਹੈਰਾਨੀਜਨਕ, ਪਾਸ ਕੁਐਸਚਨ ਮਾਰਕ। ਠੀਕ ਹੈ, ਇਹ ਜਿਹੜਾ ਉਚਾਰਨ ਦਾ ਲਹਿਜਾ, ਕੀ ਅਸੀਂ ਇਸ ਉਚਾਰਨ ਦੇ ਲਹਿਜੇ ਨੂੰ ਇਹਨਾਂ ਧੁਨੀਆਂ ਤੋਂ ਪ, ਆ, ਸ ਤੋਂ ਵੱਖ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਉਹਦੇ ਨਾਲ ਨਾਲ ਹੀ ਚੱਲੇਗੀ ਇਹ ਧੁਨੀ। ਜਿਹੜਾ ਉਚਾਰਨ ਦਾ ਲਹਿਜਾ ਉਹ ਇਹਨਾਂ ਧੁਨੀਆਂ ਦੇ ਨਾਲ ਨਾਲ ਚੱਲਦਾ ਹੈ। ਹੁਣ ਜਦੋਂ ਅਸੀਂ ਇਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਪਹਿਚਾਣ ਸਾਨੂੰ ਜ਼ਰੂਰ ਹੋ ਰਹੀ ਹੈ ਕਿ ਕਿੱਥੇ ਹੈਰਾਨੀਜਨਕ ਧੁਨੀ ਹੈ, ਕਿੱਥੇ ਪ੍ਰਸ਼ਨਵਾਚੀ ਧੁਨੀ ਹੈਗੀ, ਕਿੱਥੇ ਇੱਕ ਸਧਾਰਨ ਬਿਆਨੀਆ ਵਾਕ ਵਾਲੀ ਧੁਨੀ ਹੈ, ਉਹਨਾਂ ਨੂੰ ਅਸੀਂ ਵੱਖ-ਵੱਖ ਜ਼ਰੂਰ ਕਰ ਸਕਦੇ ਹਾਂ। ਠੀਕ ਹੈ, ਤਾਂ ਭਾਵ ਕਿ ਪਹਿਚਾਣ ਹੋ ਜਾਂਦੀ ਹੈ ਪਰ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ। ਇਦਾਂ ਦੀਆਂ ਧੁਨੀਆਂ ਨੂੰ ਅਸੀਂ ਕਹਿੰਦੇ ਅਖੰਡੀ ਧੁਨੀਆਂ ਨੇ। ਇਸੇ ਤਰੀਕੇ ਨਾਲ ਜਿਵੇਂ ਬਲ, ਅਸੀਂ ਕਹਿੰਦੇ ਹਾਂ ਪੱਗ, ਪ, ਅ। ਹੁਣ ਅ ਜਿਹੜਾ ਆ ਰਿਹਾ ਉਹ ਦਬਾਅ ਸਮੇਤ ਆ ਰਿਹਾ ਸੀ। ਇਹ ਨਹੀਂ ਕਹਿੰਦੇ ਅ ਤੇ ਦਬਾਅ, ਨਹੀਂ, ਅ ਦੇ ਉੱਪਰ ਦਬਾਅ ਲੱਗ ਕੇ ਨਾਲ ਹੀ ਉਚਾਰਨ ਹੋਏਗਾ, ਉਹਨੂੰ ਅਸੀਂ ਵੱਖ ਨਹੀਂ ਕਰ ਸਕਦੇ। ਇਦਾਂ ਦੀ ਜਿਹੜੀ ਧੁਨੀ ਉਹਨੂੰ ਵੀ ਅਸੀਂ ਕਹਿੰਦੇ ਆ ਅਖੰਡੀ ਧੁਨੀ ਹੈ। ਇਹ ਹੈ ਬਲ। ਤਾਂ ਅਖੰਡੀ ਧੁਨੀਆਂ ਸਾਡੇ ਕੋਲੇ 5 ਨੇ। ਜਿਹੜੀਆਂ ਖੰਡੀ ਧੁਨੀਆਂ ਨੇ ਉਹਨਾਂ ਨੂੰ ਅਸੀਂ ਅੱਗੋਂ ਫੇਰ ਵੰਡ ਦਿੰਨੇ ਆ ਉਚਾਰਨ ਦੇ ਆਧਾਰ ਤੇ। ਹੁਣ ਜਿਹੜੀ ਵੰਡ ਸੀ ਸਾਡੀ ਉਹ ਸੀ ਬਣਤਰ ਦੇ ਆਧਾਰ ਤੇ। ਅਗਲੀ ਜਿਹੜੀ ਵੰਡ ਸਾਡੀ ਆਉਂਦੀ ਖੰਡੀ ਧੁਨੀਆਂ ਦੀ ਉਹ ਉਚਾਰਨ ਦੇ ਆਧਾਰ ਤੇ ਹੈ ਕਿ ਸਵਰ ਧੁਨੀਆਂ, ਵਿਅੰਜਨ ਧੁਨੀਆਂ। ਸਵਰ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ 'ਚ ਵੋਵਲਸ ਕਹਿੰਦੇ ਆ, ਵਿਅੰਜਨ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ 'ਚ ਕੌਨਸੋਨੈਂਟਸ ਕਹਿੰਦੇ ਆ। ਪੰਜਾਬੀ ਦੇ ਵਿੱਚ ਸਾਡੇ ਕੋਲੇ ਅਰਧ ਸਵਰ ਜਾਂ ਅਰਧ ਵਿਅੰਜਨ ਵੀ ਨੇ। ਤਾਂ ਮੋਟੇ ਤੌਰ ਤੇ ਅਸੀਂ ਸਵਰ ਤੇ ਵਿਅੰਜਨ ਦੀ ਗੱਲ ਜਿਹੜੀ ਉਹ ਕਰਾਂਗੇ। ਇਹ ਅਸੀਂ ਅਗਲੇ ਟੌਪਿਕ ਦੇ ਵਿੱਚ ਕਰਾਂਗੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਟੌਪਿਕ ਹੈ ਸਵਰ ਤੇ ਵਿਅੰਜਨ ਦਾ। ਉੱਥੇ ਅਸੀਂ ਇਹ ਵੀ ਦੇਖਾਂਗੇ ਕਿ ਜਿਹੜੇ ਸਵਰ ਨੇ ਉਹਨਾਂ ਨੂੰ ਸਵਰ ਕਿਉਂ ਕਿਹਾ ਜਾਂਦਾ, ਕਿਉਂਕਿ ਸਕੂਲ ਟਾਈਮ ਸਾਨੂੰ ਸਿਖਾ ਦਿੱਤਾ ਜਾਂਦਾ ਕਿ ਏ ਈ ਆਈ ਓ ਯੂ ਜਿਹੜੇ ਸਵਰ ਨੇ ਜਾਂ ਵੋਵਲਸ ਨੇ, ਬਾਕੀ ਜਿਹੜੇ ਕੌਨਸੋਨੈਂਟਸ ਨੇ। ਤਾਂ ਅਸੀਂ ਕਦੇ ਵੀ ਇਹ ਨਹੀਂ ਜਾਣਦੇ ਕਿ ਕਿਉਂ, ਵਾਈ ਕਿਉਂ ਜਿਹੜਾ ਸਵਰ ਹੈ ਉਹ ਸਵਰ ਹੀ ਕਿਉਂ ਹੈ, ਜਿਹੜਾ ਵਿਅੰਜਨ ਹੈ ਉਹ ਵਿਅੰਜਨ ਕਿਉਂ ਹੈ। ਠੀਕ ਹੈ, ਤਾਂ ਅਗਲੇ ਟੌਪਿਕ ਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਪੰਜਾਬੀ ਦੇ ਵਿੱਚ ਕਿਹੜੇ ਵੋਵਲਸ ਨੇ, ਕਿਹੜੇ ਕੌਨਸੋਨੈਂਟਸ ਨੇ, ਤੇ ਜਿਹੜੇ ਸਵਰ ਹੈਗੇ ਨੇ ਜਾਂ ਵੋਵਲਸ ਨੇ ਉਹਨਾਂ ਨੂੰ ਕਿਉਂ ਵੋਵਲਸ ਕਿਹਾ ਜਾਂਦਾ, ਜਿਹੜੇ ਵਿਅੰਜਨ ਨੇ ਉਹਨਾਂ ਨੂੰ ਕਿਉਂ ਵਿਅੰਜਨ ਕਿਹਾ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਆਲ ਦੀ ਵੈਰੀ ਬੈਸਟ।